स्टूडेंट्स, मैं तरुणा वर्मी हूँ। ਆਪਾਂ ਅੱਜ ਇੱਕ ਨਵਾਂ ਲੈਸਨ ਸਟਾਰਟ ਕਰ ਰਹੇ ਹਾਂ, ਲਾਈਫ ਪ੍ਰੋਸੈਸਿਸ। ਇਹ ਲੈਸਨ ਅਕੋਰਡਿੰਗ ਟੂ ਯੋਰ ਸਿਲੇਬਸ ਹੈ, ਬਾਈ ਮੰਥਲੀ ਸਿਲੇਬਸ ਦੇ ਨਾਲ ਜੁੜਿਆ ਹੋਇਆ, ਇਸ ਕਰਕੇ ਪਹਿਲਾਂ ਲਾਈਫ ਪ੍ਰੋਸੈਸ ਸਿਲੇਬਸ ਆਪਾਂ ਸਟਾਰਟ ਕਰਨ ਲੱਗੇ ਹਾਂ। ਬੱਚੋ, ਲਾਈਫ ਪ੍ਰੋਸੈਸਿਸ ਦਾ ਮਤਲਬ ਕੀ ਹੈ ਕਿ ਕਿਵੇਂ ਜ਼ਿੰਦਗੀ ਚੱਲਦੀ ਹੈ। ਲਿਵਿੰਗ ਬੀਇੰਗਸ ਜਿਹੜੇ ਹੈ ਉਹ ਕਿਵੇਂ ਉਹਨਾਂ ਦੀ ਬੋਡੀ ਦੇ ਅੰਦਰ ਕਿਹੜੀਆਂ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਲਾਈਵ ਰੱਖਦੀਆਂ, ਅਲਾਈਵ ਰੱਖਦੀਆਂ। ਠੀਕ ਹੈ। all the plants and animals including human beings are alive or living things। ਇਹ ਸਾਰੇ ਮਤਲਬ plants ਵੀ, animals ਵੀ, ਅਸੀਂ ਵੀ ਸਾਰੇ living things हैं। the most important criteria to decide whether something is alive or not is the movement। ਹੁਣ ਸਾਨੂੰ ਕਿਵੇਂ ਪਤਾ ਚੱਲੇ ਕਿ ਕਿਹੜੀ ਚੀਜ਼ ਜਿਹੜੀ ਹੈ ਉਹ ਜੀਂਦੀ ਹੈ, ਕਿਹੜੀ ਨਹੀਂ ਜੀਂਦੀ, ਕਿਹੜੀ ਲਿਵਿੰਗ ਬੀਇੰਗ ਹੈ, ਕਿਹੜੀ ਨॉन ਲਿਵਿੰਗ ਹੈ, ਕਿਵੇਂ ਪਤਾ ਚੱਲੇ। ਸਭ ਤੋਂ ਪਹਿਲਾਂ ਤਾਂ ਅਸੀਂ ਇਹ ਦੇਖਦੇ ਹਾਂ ਕਿ ਉਹ ਮੂਵਮੈਂਟ ਕਰ ਰਹੀ ਹੈ, ਕਿ ਉਹ ਹਿਲਦੀ ਜੁਲਦੀ ਹੈ ਬਿਨਾਂ ਕਿਸੇ ਦੂਸਰੇ ਦੀ ਹੈਲਪ ਤੋਂ। ਅਗਰ ਉਹ ਚੀਜ਼ ਆਪਣੇ ਆਪ ਮੂਵਮੈਂਟ ਕਰਦੀ ਹੈ ਦੈਨ ਵੀ ਕੈਨ ਸੇ ਦ ਥਿੰਗ ਇਜ਼ ਲਿਵਿੰਗ। ਓਕੇ ਜੀ। in some of the animals movements are fast and we can observe them easily, but the movement in plants are usually slow and observed with difficulty। Animals can move from one place to another place or they can move their body parts। ਐਨੀਮਲਸ ਜਿਹੜੇ ਹੈਗੇ ਆ ਉਹ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾ ਸਕਦੇ ਆ ਜਾਂ ਫਿਰ ਆਪਣੇ ਬੋਡੀ ਪਾਰਟਸ ਨੂੰ ਮੂਵ ਕਰਦੇ ਆ ਉਹ। ਪਰ ਪਲਾਂਟਸ ਜਿਹੜੇ ਹੈਗੇ ਆ ਉਹ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਮੂਵ ਨਹੀਂ ਕਰ ਸਕਦੇ, ਸਿਰਫ ਆਪਣੇ ਲੀਵਸ ਨੂੰ, ਫਲਾਵਰਸ, ਸ਼ੂਟਸ, ਫਰੂਟਸ ਇਹਨਾਂ ਨੂੰ ਮੂਵ ਕਰ ਸਕਦੇ ਆ। ਠੀਕ ਹੈ ਜੀ। ਹੁਣ ਪਲਾਂਟਸ ਦੇ ਵਿੱਚ ਕੀ ਹੈ, ਪਲਾਂਟ ਪਾਰਟਸ ਮੂਵ ਟੂਵਰਡਸ ਅ ਸਟਿਮੂਲਸ ਸੱਚ ਐਸ ਸਨਲਾਈਟ ਵੱਲ ਨੂੰ ਮੂਵ ਕਰਦੇ। ਗ੍ਰੈਵਿਟੀ, ਰੂਟਸ ਜਿਹੜੀਆਂ ਉਹ ਫੋਰਸ ਆਫ ਗ੍ਰੈਵਿਟੀ ਕਰਕੇ ਨੀਚੇ ਨੂੰ ਜਾਂਦੀਆਂ। ਔਰ ਵਾਟਰ, ਫॉर एग्जांपल द शूट, द लीव्स, द फ्लावर्स ऑफ अ सनफ्लावर प्लांट मूव बाय बेंडिंग टूवर्ड्स द सन। ਇਹ ਦੇਖੋ ਦਿਖਾਇਆ ਹੋਇਆ ਸਨਲਾਈਟ ਵੱਲ ਨੂੰ ਸਟਿਮੂਲਸ ਜਿਹੜਾ ਹੈਗਾ ਉਹਦੇ ਕਰਕੇ ਇਹ ਮੂਵ ਕਰਦਾ ਫਲਾਵਰ। ਠੀਕ ਹੈ। ਔਰ ਇਹਨਾਂ ਦੀਆਂ ਜਿਹੜੀਆਂ ਰੂਟਸ ਹੈਗੀਆਂ ਉਹ ਨੀਚੇ ਨੂੰ ਮੂਵ ਕਰਦੀਆਂ, ਸ਼ੂਟਸ ਜਿਹੜੀਆਂ ਉੱਪਰ ਨੂੰ ਮੂਵ ਕਰਦੀਆਂ। ਇਸੇ ਤਰ੍ਹਾਂ ਜਿਹੜੇ ਪਲਾਂਟਸ ਆਲਸੋ ਸ਼ੋ ਦਾ ਮੂਵਮੈਂਟ ਬਾय ਗਰੋਇੰਗ देयर ਰੂਟਸ ਐਂਡ ਸ਼ੂਟਸ ਬਿਗਰ। ਇਹ ਸਮਝੋ ਉਹਨਾਂ ਦੀ ਮੂਵਮੈਂਟ ਹੋਗੀ। this shows that plants are also living things। non-living things cannot move by themselves। वो तो अपन सब नहीं पता है। नॉन लिविंग थिंग्स कोई बेड है, कोई चेयर है, कोई टेबल है, इवन बुक है, ਇਹ ਆਪਣੇ ਆਪ ਮੂਵ ਨਹੀਂ ਕਰ ਸਕਦੇ। ਜਦੋਂ ਕਿ ਅਸੀਂ ਇਹਨਾਂ ਨੂੰ ਚੱਕ ਕੇ, ਆ ਪੈਨ ਹੈ ਹੁਣ ਇਹ ਇੱਥੇ ਪਿਆ ਤਾਂ ਇੱਥੇ ਹੀ ਪਿਆ ਰਹੇਗਾ ਜਦੋਂ ਤੱਕ ਕਿ ਮੈਂ ਚੱਕ ਕੇ ਇਸ ਨੂੰ ਇੱਥੇ ਨਹੀਂ ਲੈ ਕੇ ਜਾਂਦੀ। ਓਕੇ। the movements over very small scale as those in the molecules of living things are invisible to the naked eye। ਜਿਹੜੇ ਬਹੁਤ ਛੋਟੀਆਂ ਚੀਜ਼ਾਂ ਹੈ, ਮਾਈਕਰੋ ਆਰਗੈਨਿਜ਼ਮਸ ਆ, ਉਹਨਾਂ 'ਚ ਜਿਹੜੀ ਮੂਵਮੈਂਟ ਹੈ ਬਹੁਤ ਹੌਲੀ ਹੁੰਦੀ ਹੈ। ਉਹਨਾਂ ਦੇ ਮੋਲੀਕਿਊਲਸ ਦੇ ਵਿੱਚ ਮੂਵਮੈਂਟ ਹੁੰਦੀ ਹੈ। ਦ ਇਨਵਿਜ਼ੀਬਲ ਮੋਲੀਕੂਲਰ ਮੂਵਮੈਂਟ ਇਜ਼ ਹਾਊਐਵਰ ਨੈਸੈਸਿਟੀ ਫॉर द ਐਗਜ਼ਿਸਟੈਂਸ ਆਫ ਲਾਈਫ। ਜਿਹੜਾ ਬੇਸਿਕ ਨੀਡ ਹੈ ਲਾਈਫ ਦੀ ਉਹ ਇਹ ਹੈ ਮੋਲੀਕੂਲਰ ਮੂਵਮੈਂਟ। In fact, viruses do not show any molecular movement in them and this has created controversy about whether they are alive or not। ਜਿਹੜੇ ਵਾਇਰਸਿਸ ਹੈ ਕਹਿੰਦੇ ਕਿ ਉਹ ਕੋਈ ਵੀ ਮੋਲੀਕੂਲਰ ਮੂਵਮੈਂਟ ਨਹੀਂ ਸ਼ੋ ਕਰਦੇ ਜਲਦੀ, ਜਿਸ ਕਰਕੇ ਇਹ ਕੰਟਰੋਵਰਸੀ ਰਹਿੰਦੀ ਹੈ। ਕੁਝ ਸਾਇੰਟਿਸਟ ਕਹਿੰਦੇ ਜਿਹੜੇ ਵਾਇਰਸ ਹੈ ਦੇ ਆਰ ਨॉन ਲਿਵਿੰਗ ਥਿੰਗਸ, ਕੁਝ ਕਹਿੰਦੇ ਹੈ ਇਹ ਲਿਵਿੰਗ ਥਿੰਗਸ ਹੈ ਬਿਕੋਜ਼ ਦੇ ਰੀਪਰੋਡਿਊਸ। ਓਕੇ, ਦੇ ਮਲਟੀਪਲਾਈ। In addition to movement, the living thing also shows some other characteristics। ਹੋਰ characteristics ਵੀ ਹੈ, ਉਹਨਾਂ ਨੂੰ ਅਸੀਂ ਡਿਸਕਸ ਕਰਨ ਜਾ ਰਹੇ ਹਾਂ। Following are the characteristics। living things can move by themselves। living things need food, air, water। ਇਹ ਤਿੰਨੋਂ ਚੀਜ਼ਾਂ ਇਹਨਾਂ ਨੂੰ ਬਹੁਤ ਜ਼ਰੂਰੀ ਚਾਹੀਦੀਆਂ ਹੁੰਦੀਆਂ। living things can grow, ਵੱਧਦੀਆਂ। living things can respond to changes around them। they are sensitive। if there is hot, we quickly remove our hand। अगर ਉੱਥੇ ਠੰਡਾ ਹੈ ਤਾਂ ਅਸੀਂ ਕਹਾਂਗੇ ਮੂੰਹ 'ਚ ਬੜਾ ਠੰਡਾ ਲੱਗ ਗਿਆ। ਠੀਕ ਹੈ ਨਾ। ਇਹ ਰਿਸਪੌਂਡ ਕਰਦੀ ਹੈ ਲਿਵਿੰਗ ਥਿੰਗਸ ਕਿ ਅਸੀਂ ਨਹੀਂ, ਐਨੀਮਲਸ ਵੀ ਰਿਸਪੌਂਡ ਕਰਦੇ ਆ ਹਰ ਚੀਜ਼ ਨੂੰ। ਲਿਵਿੰਗ ਥਿੰਗਸ ਰਿਸਪਾਇਰ ਮਤਲਬ ਸਾਹ ਲੈਂਦੇ ਆ। ਲਿਵਿੰਗ ਥਿੰਗਸ ਐਕਸਕ੍ਰੀਟ
ਜੋ ਬਾਡੀ ਦੇ ਵਿੱਚ ਕੋਈ ਫਾਲਤੂ ਮਟੀਰੀਅਲ ਇਕੱਠਾ ਹੋ ਜਾਂਦਾ, ਨਾਈਟ੍ਰੋਜਨਸ ਮਟੀਰੀਅਲ ਇਕੱਠਾ ਹੋ ਜਾਂਦਾ, ਵੇਸਟ ਮਟੀਰੀਅਲ ਇਕੱਠਾ ਹੋ ਜਾਂਦਾ, ਉਸ ਨੂੰ ਆਪਣੀ ਬਾਡੀ ਚੋਂ ਬਾਹਰ ਕੱਢਣਾ, ਦੈਟ ਇਜ਼ excretion. Living things can reproduce, they can have young ones. ਲਿਵਿੰਗ ਥਿੰਗਸ ਆਪਣੇ ਵਰਗੇ ਹੋਰ ਦੂਸਰੇ ਲਿਵਿੰਗ ਬੀਇੰਗਸ ਨੂੰ ਜਨਮ ਦਿੰਦੇ ਹੈ, ਇਸੇ ਕਰਕੇ ਉਹ ਆਪਣੀ ਜਿਹੜੀ ਸਪੀਸ਼ੀਜ਼ ਹੈ ਉਸ ਨੂੰ ਵਧਾਉਂਦੇ ਆ ਅੱਗੇ। ਠੀਕ ਹੈ ਜੀ। ਪਰ ਕਦੀ ਤੁਸੀਂ ਦੇਖਿਆ ਵੀ ਕਿਸੇ ਟੇਬਲ ਨੇ ਆਪਣੇ ਵਰਗੇ ਇੱਕ ਨਵਾਂ ਟੇਬਲ ਨੂੰ ਬਣਾ ਲਿਆ ਆਪਣੇ ਆਪ, ਬਿਕੋਜ਼ that is non-living. Okay ji. What are life processes? The basic functions performed by living organisms to maintain their life on this earth are called life processes. Life processes ਹੈਗੀ ਹੈ ਕਿ ਆਪਣੇ ਆਪ ਨੂੰ, ਆਪਣੀ ਲਾਈਫ ਨੂੰ ਇਸ ਅਰਥ ਉੱਤੇ ਮੇਨਟੇਨ ਕਰਨ ਦੇ ਲਈ ਜਿਹੜੇ ਫੰਕਸ਼ਨ ਕਰਦੇ ਆ ਲਿਵਿੰਗ ਆਰਗੇਨਿਜ਼ਮਸ, ਉਹਨਾਂ ਨੂੰ ਕਹਿੰਦੇ ਅਸੀਂ ਲਾਈਫ ਪ੍ਰੋਸੈਸਿਸ। The basic life process common to all the living organisms are nutrition and respiration, transport and excretion, control and coordination, growth, movement and reproduction. दोबारा फिर मैं दस रही हाँ, nutrition and respiration। ये वारी वारी असी दोबारा मतलब इन्हां नूं डिस्कस करांगे। ये हुंदा खाना खाना, फिर साह लेना, ट्रांसपोर्ट एंड एक्सक्रीशन, बॉडी ਦੇ ਵਿੱਚ ਬਲੱਡ ਨੂੰ, ਆਕਸੀਜਨ ਨੂੰ ਔਰ ਫੂਡ ਨੂੰ ਟਰਾਂਸਪੋਰਟ ਕਰਨਾ, ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਲੈ ਕੇ ਜਾਣਾ, ਔਰ ਫਾਲਤੂ ਦੀ ਚੀਜ਼ ਨੂੰ ਐਕਸਕ੍ਰੀਟ ਮਤਲਬ ਸਰੀਰ ਤੋਂ ਬਾਹਰ ਕੱਢਣਾ। ਕੰਟਰੋਲ ਐਂਡ ਕੋਆਰਡੀਨੇਸ਼ਨ, ਵੀ ਜੇ ਸਾਨੂੰ ਕੋਈ ਚੀਜ਼ ਦਿਖੀ ਹੈ, ਕੋਈ ਡਰਾਵਨੀ ਚੀਜ਼ ਦਿਖੀ ਹੈ, ਇੱਕਦਮ ਦਿਮਾਗ ਕਹੇ ਵੀ ਉਹ ਬਹੁਤ ਡਰ ਲੱਗ ਰਿਹਾ ਸਾਨੂੰ, ਜਾਂ ਕੋਈ ਗਰਮੀ ਹੈ ਜ਼ਿਆਦਾ, ਠੰਡ ਜ਼ਿਆਦਾ, ਦੈਟ ਇਜ਼ ਕੰਟਰੋਲ ਐਂਡ ਕੋਆਰਡੀਨੇਸ਼ਨ। ਗਰੋਥ, ਵਧਣਾ, ਮੂਵਮੈਂਟ, ਚੱਲਣਾ, ਰਿਪਰੋਡਕਸ਼ਨ, ਆਪਣੇ ਵਰਗੇ ਨਵੇਂ ਜੀਵਾਂ ਨੂੰ ਜਨਮ ਦੇਣਾ। ਇਹ ਸਾਰੀਆਂ ਜਿਹੜੀਆਂ ਹੈਗੀਆਂ ਇਹ ਲਾਈਫ ਪ੍ਰੋਸੈਸਿਸ ਹੈ। ਹੁਣ ਸਭ ਤੋਂ ਪਹਿਲਾਂ ਅਸੀਂ ਇਹਦੇ ਵਿੱਚ ਹੈ ਹਾਊ ਕੈਨ ਲਾਈਫ ਪ੍ਰੋਸੈਸਿਸ ਆਰ performed in the living organism. All the living organisms need energy to perform various life processes. They get this energy from food ਤੋਂ ਐਨਰਜੀ ਲੈਂਦੇ। ਫੂਡ ਜਿਹੜਾ ਹੈ ਇੱਕ ਤਰ੍ਹਾਂ ਦਾ ਪੈਟਰੋਲ ਹੈ, ਪੈਟਰੋਲ ਮਤਲਬ ਫਿਊਲ ਹੈ, is a kind of fuel which provides energy to all the living organisms. The living organisms use the chemical energy for carrying out various life processes. और ये chemical energy की ਹੁੰਦੀ ਹੈ, ਇਹ food through chemical reaction, food ਜਿਹੜਾ ਹੈ ਆਕਸੀਜਨ ਦੇ ਨਾਲ ਰਿਐਕਸ਼ਨ ਕਰਕੇ ਐਨਰਜੀ ਮਤਲਬ ਇਵੋਲਵ ਕਰਦਾ, ਉਸ ਐਨਰਜੀ ਦੇ ਨਾਲ ਜਿਹੜਾ ਸਾਡੀਆਂ ਲਾਈਫ ਪ੍ਰੋਸੈਸਿਸ ਜਿਹੜੀਆਂ ਉਹ ਚੱਲਦੀਆਂ। ਫਸਟ ਜਿਹੜੀ ਲਾਈਫ ਪ੍ਰੋਸੈਸ ਹੈ ਉਹ ਹੈ ਨਿਊਟ੍ਰੀਸ਼ਨ। ਫੂਡ ਇਜ਼ ਐਨ ਆਰਗੈਨਿਕ ਸਬਸਟੈਂਸ। ਦ ਸਿੰਪਲੈਸਟ ਫੂਡ ਇਜ਼ ਗਲੂਕੋਜ਼। ਸਭ ਤੋਂ ਸਿੰਪਲ ਫੂਡ ਜਿਹੜਾ ਗਲੂਕੋਜ਼ ਹੈ। ਅੱਛਾ, ਤੁਸੀਂ ਦੇਖਿਆ ਹੋਏਗਾ ਜੇ ਸਾਨੂੰ ਵੋਮਿਟਿੰਗ ਵਗੈਰਾ ਲੱਗ ਗਈ ਹੈ, ਡੀਹਾਈਡਰੇਸ਼ਨ ਹੋ ਗਈ ਹੈ, ਅਸੀਂ ਖਾਣਾ ਨਹੀਂ ਖਾ ਸਕਦੇ, ਤੇ ਡਾਕਟਰ ਕੋਲ ਜਾਂਦੇ ਆ ਤਾਂ ਡਾਕਟਰ ਨਾਲ ਦੀ ਨਾਲ ਕਹਿੰਦੇ ਜੀ ਗਲੂਕੋਜ਼ ਲਗਾਓ ਇਸ ਨੂੰ, ਕਿਉਂਕਿ ਸਾਡੀ ਬਾਡੀ ਵੀ ਗਲੂਕੋਜ਼ ਬਣਾਉਂਦੀ ਹੈ ਫੂਡ ਨੂੰ। ਫੂਡ ਦੇ ਕੰਪਲੈਕਸ ਸਬਸਟੈਂਸਿਸ ਨੂੰ ਤੋੜ ਕੇ ਸਿੰਪਲਰ ਸਬਸਟੈਂਸਿਸ ਦੇ ਵਿੱਚ ਜਦੋਂ ਆਕਸੀਜਨ ਦੇ ਨਾਲ ਰਿਐਕਸ਼ਨ ਕਰਦੀ ਹੈ, ਦੈਨ ਕੀ ਚੀਜ਼ ਬਣਦੀ ਹੈ? ਗਲੂਕੋਜ਼। ਗਲੂਕੋਜ਼ ਜਿਹੜਾ ਹੈ ਬਾਡੀ ਦੇ ਅੰਦਰ ਸਾਨੂੰ ਐਨਰਜੀ ਦੇਣ ਲਈ ਬਲੱਡ ਦੇ ਨਾਲ ਮਿਲ ਕੇ ਸਾਰੀ ਬਾਡੀ ਦੇ ਵਿੱਚ ਜਾਂਦਾ। ਅਗਰ ਫੂਡ ਨਹੀਂ ਪਚ ਰਿਹਾ ਸਾਨੂੰ ਤਾਂ ਸਾਨੂੰ ਇੰਸਟੈਂਟ ਐਨਰਜੀ ਜਿਹੜੀ ਹੈ ਗਲੂਕੋਜ਼ ਲਗਾ ਕੇ ਦਿੱਤੀ ਜਾਂਦੀ ਹੈ। ਠੀਕ ਹੈ ਜੀ। ਔਰ ਇੱਕ ਹੋਰ ਚੀਜ਼ ਹੈ, ਉਹ ਹੈ ਸਟਾਰਚ। ਸਟਾਰਚ ਵੀ ਗਲੂਕੋਜ਼ ਤੋਂ ਹੀ ਬਣਦਾ। ਦ ਜਨਰਲ ਨੇਮ ਆਫ ਸਬਸਟੈਂਸਿਸ ਲਾਈਕ ਗਲੂਕੋਜ਼, ਸ਼ੂਗਰ। ਸਟਾਰਚ ਨੂੰ ਕਹਿੰਦੇ ਅਸੀਂ ਕਾਰਬੋਹਾਈਡਰੇਟ, ਗਲੂਕੋਜ਼ ਨੂੰ ਸ਼ੂਗਰ ਨੂੰ ਗਲੂਕੋਜ਼ ਕਹਿੰਦੇ ਆ, ਅਤੇ ਕਾਰਬੋਹਾਈਡਰੇਟਸ ਜਿਹੜੇ ਹੈਗੇ ਆ ਉਹ ਸਟਾਰਚ ਹੁੰਦਾ। ਕਾਰਬੋਹਾਈਡਰੇਟਸ ਮੋਸਟ ਕਾਮਨ ਫੂਡ ਹੈ ਜਿਹੜਾ ਸਾਨੂੰ ਐਨਰਜੀ ਦਿੰਦਾ। ਫੈਟਸ ਐਂਡ ਪ੍ਰੋਟੀਨਸ ਆਰ ਆਲਸੋ ਫੂਡਸ। ਔਰ ਇਹ ਜਿਹੜੇ ਫੈਟਸ ਹੈਗੇ ਆ ਇਹ ਵੀ ਸਾਨੂੰ ਐਨਰਜੀ ਦਿੰਦੇ ਆ। ਕਾਰਬੋਹਾਈਡਰੇਟਸ ਔਰ ਫੈਟਸ ਦੋਨੋਂ ਐਨਰਜੀ ਦਿੰਦੇ ਆ। ਪ੍ਰੋਟੀਨਸ ਜਿਹੜੇ ਹੈਗੇ ਆ ਉਹ ਗਰੋਥ ਲਈ ਯੂਜ਼ ਹੁੰਦੇ ਆ ਔਰ ਸੈਲਸ ਨੂੰ ਮੇਨਟੇਨ ਕਰਨ ਲਈ ਯੂਜ਼ ਹੁੰਦੇ ਆ। ਵਾਈਟਮਿਨਸ, ਮਿਨਰਲਸ, ਵਾਟਰ, ਇਹ ਜਿਹੜੇ ਹੈਗੇ ਆ ਅਨਦਰ ਨਿਊਟਰੀਐਂਟਸ ਹੈ ਜਿਹੜੇ ਸਾਡੇ ਲਈ ਬਾਡੀ ਦੀ ਗਰੋਥ ਲਈ, ਡਿਵੈਲਪਮੈਂਟ ਲਈ ਜ਼ਰੂਰੀ ਹੈ। The process of taking in food and utilizing it is called nutrition. A line, what is nutrition?
The process of taking in food and utilizing is called nutrition. ओके जी। और ਜਿਹੜੇ ਅਸੀਂ ਖਾਣਾ ਖਾਂਦੇ ਹਾਂ, ਜਿਹੜੇ ਅਸੀਂ ਸਬਸਟੈਂਸ ਲੈ ਕੇ ਜਾਂਦੇ ਹਾਂ ਆਪਣੀ ਬੋਡੀ ਦੇ ਅੰਦਰ, ਉਹਨਾਂ ਨੂੰ ਕਹਿੰਦੇ ਹਾਂ ਅਸੀਂ ਨਿਊਟ੍ਰੀਐਂਟਸ ਵਿਚ ਆਰ ਵੈਰੀ ਮਚ essential ਫॉर द growth of our body. ਨੈਕਸਟ ਆ ਗਿਆ ਜੀ ਮੋਡਸ ਆਫ ਨਿਊਟ੍ਰੀਸ਼ਨ, ਜਾਂ ਪਹਿਲਾਂ ਇਸ ਤੋਂ ਪਹਿਲਾਂ ਇਹ ਦਿੱਤਾ ਹੋਇਆ A nutrient can be defined as a substance which an organism obtains from its surroundings and uses it as a source of energy. ਜੋ ਸਾਡੇ ਆਲੇ ਦੁਆਲੇ ਮਿਲਦਾ ਸਾਨੂੰ ਖਾਣ ਦੇ ਲਈ, ਅਸੀਂ ਉਹ ਖਾਣਾ ਖਾਂਦੇ ਹਾਂ ਅਤੇ ਉਹਨੂੰ ਅਸੀਂ ਕੀ ਕਹਿੰਦੇ ਹਾਂ, ਨਿਊਟ੍ਰੀਐਂਟਸ ਹੈ। ਸਾਡੀ ਬੋਡੀ ਦੇ ਵਿੱਚ, ਸਾਡੇ ਟਿਸ਼ੂਜ਼ 'ਚ, ਸੈਲਸ ਦੇ ਵਿੱਚ, ਔਰਗਨਸ ਦੇ ਵਿੱਚ ਕਾਰਬੋਹਾਈਡਰੇਟਸ, ਫੈਟਸ ਵਗੈਰਾ ਐਸੇ ਨਿਊਟ੍ਰੀਐਂਟਸ ਜਾਂਦੇ ਹੈ, ਪ੍ਰੋਟੀਨਸ ਜਾਂਦੇ ਹੈ, ਮਿਨਰਲ ਜਾਂਦੇ ਹੈ, ਫਿਰ ਸਾਡੀ ਬੋਡੀ ਜਿਹੜੀ ਹੈ ਉਹ ਕੰਮ ਕਰਦੀ ਹੈ। ਠੀਕ ਹੈ। ਡੈਫੀਨੇਸ਼ਨ ਆਫ ਨਿਊਟ੍ਰੀਸ਼ਨ ਦਿੱਤੀ ਹੈ, ਨਿਊਟ੍ਰੀਸ਼ਨ ਇਜ਼ ਅ ਪ੍ਰੋਸੈਸ ਆਫ ਇਨਟੇਕ ਆਫ ਨਿਊਟ੍ਰੀਐਂਟਸ like carbohydrate, fat, protein, mineral, vitamins and water by an organism, as well as the utilization of these nutrients by the organism. Process of intake of nutrients and utilization of nutrients by the organism is called nutrition. ਖਾਣਾ ਖਾਣਾ ਵੀ ਤੇ ਖਾਣਾ ਨੂੰ ਪਚਾਣਾ ਵੀ ਇਹ ਨਿਊਟ੍ਰੀਸ਼ਨ ਜਿਹੜੀ ਹੈ ਇਸ ਨੂੰ ਕਹਿੰਦੇ ਆ। ਮੋਡਸ ਆਫ ਨਿਊਟ੍ਰੀਸ਼ਨ, ਨਿਊਟ੍ਰੀਸ਼ਨ ਕਈ ਤਰ੍ਹਾਂ ਨਾਲ ਹੁੰਦੀ ਹੈ। ਮੇਨ ਜਿਹੜੇ ਦੋ ਮੋਡਸ ਹੈ, ਆਟੋਟ੍ਰੋਫਿਕ ਐਂਡ ਹੈਟਰੋਟ੍ਰੋਫਿਕ। ਹੁਣ ਬੱਚੋ ਜਿਹੜੀ ਆਟੋਟ੍ਰੋਫਿਕ ਨਿਊਟ੍ਰੀਸ਼ਨ ਹੈ, ਇਹ ਆਟੋ ਮਤਲਬ ਆਪਣੇ ਆਪ, ਸੈਲਫ, ਆਟੋ ਮੀਨਸ ਸੈਲਫ, ਟ੍ਰੋਫ ਮੀਨਸ nutrition. Autotrophic nutrition is that mode of nutrition in which an organism makes or synthesizes its own food from the simple inorganic materials like carbon dioxide and water present in the surroundings with the help of sunlight energy. ਹੁਣ what is autotrophic nutrition? कि अपने आप खाना बनावे, अपने आप ਜਿਹੜਾ ਚੀਜ਼ ਖਾਣਾ ਬਣਾਵੇ, ਔਰ ਇਸ ਪ੍ਰੋਸੈਸ ਦੇ ਵਿੱਚ ਕੋਈ ਆਰਗੇਨਿਜ਼ਮ ਆਪਣੇ ਆਪ ਖਾਣਾ ਬਣਾ ਰਿਹਾ ਹੈ। ਕਿਸ ਚੀਜ਼ ਤੋਂ? ਮਿਨਰਲਸ ਵਗੈਰਾ ਲੈ ਕੇ, ਜਾਂ ਫਿਰ ਕਾਰਬਨ ਡਾਈਆਕਸਾਈਡ ਦੀ ਪ੍ਰੈਜ਼ੈਂਸ ਦੇ ਵਿੱਚ, ਵਾਟਰ ਦੀ ਪ੍ਰੈਜ਼ੈਂਸ ਦੇ ਵਿੱਚ, ਸਰਾਊਂਡਿੰਗਸ ਤੋਂ ਸਨਲਾਈਟ ਲੈ ਕੇ, ਤਾਂ ਉਸ ਮੋਡ ਆਫ ਨਿਊਟ੍ਰੀਸ਼ਨ ਨੂੰ ਅਸੀਂ ਕਹਿੰਦੇ ਹਾਂ ਆਟੋਟ੍ਰੋਫਿਕ ਨਿਊਟ੍ਰੀਸ਼ਨ। ਇਹ ਜਿਹੜੀ ਇਸ ਟਾਈਪ ਦੀ ਨਿਊਟ੍ਰੀਸ਼ਨ ਹੈ ਉਹ ਗ੍ਰੀਨ ਪਲਾਂਟਸ ਦੇ ਵਿੱਚ ਹੁੰਦੀ ਹੈ, ਕਿਉਂਕਿ ਗ੍ਰੀਨ ਪਲਾਂਟ ਜਿਹੜੇ ਹੈਗੇ ਹੈ ਉਹ ਏਅਰ ਤੋਂ ਕਾਰਬਨ ਡਾਈਆਕਸਾਈਡ ਲੈਂਦੇ ਹੈ, ਸਨ ਤੋਂ ਸਨਲਾਈਟ ਲੈਂਦੇ ਹੈ, ਔਰ ਰੂਟਸ ਤੋਂ ਵਾਟਰ ਲੈਂਦੇ ਹੈ, ਰੂਟਸ ਦੀ ਹੈਲਪ ਨਾਲ ਸੋਇਲ 'ਚੋਂ ਵਾਟਰ ਲੈਂਦੇ ਹੈ। ਗ੍ਰੀਨ ਕਲਰ ਦਾ ਕਲੋਰੋਫਿਲ ਨਾਮ ਦਾ ਪਿਗਮੈਂਟ ਜਿਹੜਾ ਹੈ ਇਹਨਾਂ ਦੇ ਲੀਵਸ ਦੇ ਵਿੱਚ ਹੁੰਦਾ, ਜਿਹੜਾ ਕਿ ਸਨਲਾਈਟ ਨੂੰ ਸਿੰਥੇਸਾਈਜ਼ ਕਰਦਾ ਹੈ, ਔਰ ਇਹ ਸਾਰੀ ਚੀਜ਼ ਮਿਲ ਕੇ ਫੋਟੋਸਿੰਥਸਿਸ ਪ੍ਰੋਸੈਸ ਚੱਲਦੀ ਹੈ ਅਤੇ ਫੂਡ ਪ੍ਰੀਪੇਅਰ ਹੁੰਦਾ। ਜਦੋਂ ਫੋਟੋਸਿੰਥਸਿਸ ਹੋ ਰਹੀ ਹੁੰਦੀ ਹੈ ਤਾਂ ਕਾਰਬਨ ਡਾਈਆਕਸਾਈਡ ਦੀ ਇਨਟੇਕ ਹੋ ਰਹੀ ਹੁੰਦੀ ਹੈ ਅਤੇ ਆਕਸੀਜਨ ਜਿਹੜੀ ਹੈਗੀ ਆ ਉਹ ਬਾਹਰ ਨਿਕਲ ਰਹੀ ਹੁੰਦੀ ਹੈ। ਓਕੇ ਜੀ, ਇਹ ਹੋ ਗਿਆ ਆਟੋਟ੍ਰੋਫਿਕ ਮੋਡ ਆਫ ਨਿਊਟ੍ਰੀਸ਼ਨ। ਅੱਗੇ ਆ ਜਾਓ ਤੁਸੀਂ। The green plants have an autotrophic mode of nutrition. The autotrophic bacteria also obtain their food by autotrophic mode of nutrition. Bacteria ਵੀ ਜਿਹੜੇ autotrophic bacteria ਹੈਗੇ ਉਹ ਵੀ ਇਹੀ mode nutrition ਦਾ ਲੈਂਦੇ। Those organisms which can make their own food from carbon dioxide and water are called autotrophs. Question ਆ ਜਾਂਦਾ what are autotrophs? ਤਾਂ ਇਹ ਤੁਸੀਂ ਇਹ ਇਸ ਦਾ ਲਿਖ ਦੇਣਾ, those organisms which can make their own food from carbon dioxide and water are called autotrophs. The autotrophic organisms contain the green pigment called chlorophyll. Chlorophyll ਜਿਹੜਾ ਹੈਗਾ ਉਹ ਇਹਨਾਂ ਦੇ ਵਿੱਚ ਹੁੰਦਾ ਹੀ ਹੈ autotrophic organisms ਦੇ ਵਿੱਚ, which is capable of trapping sunlight energy. ਠੀਕ ਹੈ ਜੀ, ਇਹ sunlight energy ਨੂੰ ਟਰੈਪ ਕਰਦਾ ਲੈਂਦਾ। Heterotrophic mode of nutrition. Next ਆ ਗਿਆ ਜੀ, the word heteros means others. Auto ਦਾ ਮਤਲਬ self ਸੀਗਾ ਨਾ, hetero means others, trophy means nutrition. Heterotrophic nutrition obtained from other, nutrition obtained from others is called heterotrophic nutrition. Heterotrophic nutrition is that mode of nutrition in which an organism cannot make its own food from simple inorganic materials like carbon dioxide and water and depends on other organisms for its food.
सिंपल लैंग्वेज ये है कि हेट्रोट्रॉफिक न्यूट्रिशन इज़ द मोड ऑफ न्यूट्रिशन in which an organism depends on other organisms for its food। ਉਹ ਇਹ ਨਹੀਂ ਹੈ ਕਿ ਕਾਰਬਨ ਡਾਈਆਕਸਾਈਡ ਵਗੈਰਾ ਲੈ ਕੇ ਵਾਟਰ ਲੈ ਕੇ ਆਪਣਾ ਫੂਡ ਬਣਾਵੇ, ਨੋ। ਹੈਟਰੋਟ੍ਰੋਫਸ ਜਿਹੜੇ ਹੈਗੇ ਆ ਉਹ ਦੂਸਰੇ ਤੇ ਡਿਪੈਂਡ ਕਰਦੇ ਆ ਨਿਊਟ੍ਰੀਸ਼ਨ ਲਈ। all the animals have a heterotrophic mode of nutrition। most bacteria and fungi also have heterotrophic mode of nutrition। ठीक है जी। the organisms having heterotrophic mode of nutrition are called heterotrophic organisms or just heterotrophs। these are the heterotrophs। ਹੁਣ ਦੇਖੋ ਟਾਈਗਰ ਜਿਹੜਾ ਹੈਗਾ ਉਹ ਵੀ ਆਪਣਾ ਸ਼ਿਕਾਰ ਕਰ ਰਿਹਾ ਹੈ, ਜਿਹੜਾ ਡੀਅਰ ਹੈ ਉਹ ਪਲਾਂਟਸ ਨੂੰ ਖਾ ਰਿਹਾ, ਆਪਣੇ ਆਪ ਨਹੀਂ ਫੂਡ ਬਣਾਉਂਦਾ, ਪਲਾਂਟਸ ਨੂੰ ਖਾਂਦਾ। ਬੀਅਰ ਹੈ ਉਹ ਵੀ ਫਿਸ਼ ਨੂੰ ਖਾ ਰਿਹਾ ਹੈ। those organisms which cannot make their own food from inorganic substances like carbon dioxide and water and depend on other organisms for their food are called heterotrophs। बच्चों जे सिंपल लैंग्वेज च तुसी करना तो तुसी ये करोगे those organisms which cannot make their own food and depend on other organisms for their food are called heterotrophs। all the animals are heterotrophs, we are also heterotrophs, we are animals। ठीक है। the non green plants are also heterotrophs, only green plants are autotrophs। सिर्फ ग्रीन प्लांट हैं ਜਿਹੜੇ ਆਪਣੇ ਆਪ ਭੋਜਨ ਬਣਾ ਸਕਦੇ हैं, फूड बना सकते हैं। नॉन ग्रीन प्लांट्स जिवें ईस्ट है ਜਿਹੜੀ ਜਿਸ ਦੇ ਨਾਲ ਅਸੀਂ ਬ੍ਰੈਡ ਵਗੈਰਾ ਬਣਾਉਂਦੇ ਆ, ਉਹ ਵੀ ਹੈਟਰੋਟ੍ਰੋਫ ਹੈ। ਓਕੇ ਜੀ। heterotrophs depend on autotrophs and other heterotrophs for their food। ਇਹ ਵੇਰੀਅਸ ਮੋਡਸ ਆਫ ਹੈਟਰੋਟ੍ਰੋਫਿਕ ਨਿਊਟ੍ਰੀਸ਼ਨ ਵੀ ਅਸੀਂ ਅੱਗੇ ਕਰਾਂਗੇ। ਜਿਹੜੀ ਹੈਟਰੋਟ੍ਰੋਫਿਕ ਨਿਊਟ੍ਰੀਸ਼ਨ ਹੈ ਉਹਦੇ ਵੀ ਡਿਫਰੈਂਟ ਮੋਡਸ ਹਨ, ਔਰ ਇਹ ਹੈ ਟਾਈਪਸ ਆਫ ਹੈਟਰੋਟ੍ਰੋਫਿਕ ਨਿਊਟ੍ਰੀਸ਼ਨ। The heterotrophic organisms can obtain its food from other organisms in three ways: saprotrophic nutrition, parasitic nutrition and holozoic nutrition। ਬੱਚੋ ਇੱਥੇ ਤੱਕ ਆਪਾਂ ਇਸ ਲੈਸਨ ਨੂੰ ਕਰਦੇ ਹਾਂ ਤੇ ਇਹ ਜਿਹੜੀ ਹੈਗੀ ਹੈ ਨਿਊਟ੍ਰੀਸ਼ਨ, ਹੈਟਰੋਟ੍ਰੋਫਿਕ ਨਿਊਟ੍ਰੀਸ਼ਨ ਹੈ, ਹੁਣ ਆਪਾਂ ਅਗਲੇ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ। ਮੈਂ ਹੋਪ ਕਰਦੀ ਹਾਂ ਕਿ ਤੁਹਾਨੂੰ ਇਹ ਅੱਛੀ ਤਰ੍ਹਾਂ ਸਮਝ ਆਇਆ ਹੋਵੇਗਾ। ਥੈਂਕ ਯੂ।